हेलो स्टूडेंट्स, आज ਆਪਾਂ डिस्कस करांगे सैकेंड पैसेज द मोड सबकल्चर। 14 to 17 क्वेश्चंस है जो मैच द हैडिंग्स है। 14th क्वेश्चन द मेजोरिटी ऑफ पीपल हू फॉलोड द मोड लाइफस्टाइल। ਜਿਹੜੇ ਲੋਕਾਂ ਨੇ ਮੋਡ ਲਾਈਫਸਟਾਈਲ ਨੂੰ ਫੋਲੋ ਕੀਤਾ, ਜਿਨ੍ਹਾਂ ਨੇ ਮੈਜੋਰਿਟੀ 'ਚ ਫੋਲੋ ਕੀਤਾ, ਉਹਨਾਂ ਬਾਰੇ ਆਪਾਂ ਕੁਛ ਇੱਥੇ ਡਿਫਾਈਨ ਕਰਨਾ ਹੈ। A to F ਜਿਹੜੀ ਹੈਡਿੰਗ ਮੈਚ ਕਰੂਗੀ ਉਹ ਨੰਬਰ ਆਪਾਂ 14th क्वेश्चन ਦੇ ਅੱਗੇ ਲਿਖਾਂਗੇ। ਸੋ ਆਨਸਰ ਹੈ ਡੀ, ਵਰ ਯੰਗ ਪੀਪਲ ਇਨ ਇੰਗਲੈਂਡ। ਕਿ ਜਿਹੜੇ ਲੋਕਾਂ ਨੇ ਮੈਜੋਰਿਟੀ 'ਚ ਫੋਲੋ ਕੀਤਾ ਸੀ ਮੋਡ ਲਾਈਫਸਟਾਈਲ ਨੂੰ, ਉਹ ਕੀ ਸੀ? ਯੰਗਸਟਰ ਸੀਗੇ ਇੰਗਲੈਂਡ ਦੇ। ਕਿ 14th क्वेश्चन ਦੀ ਲੋਕੇਸ਼ਨ ਆਪਾਂ ਨੂੰ ਮਿਲਦੀ ਹੈ ਪੈਸੇਜ ਏ 'ਚ। ਪੈਸੇਜ ਏ ਦੀ ਲਾਸਟ 4th ਲਾਈਨ, ਦ ਮੋਡ ਸਬ ਕਲਚਰ ਵਾਜ਼ ਪ੍ਰੀਡੋਮੀਨੈਂਟਲੀ ਅ ਯੂਥ ਕਲਚਰ। ਕਹਿੰਦੇ ਜਿਹੜਾ ਮੋਡ ਸਬ ਕਲਚਰ ਸੀ ਨਾ, ਉਹ ਪ੍ਰੀਡੋਮੀਨੈਂਟਲੀ ਮਤਲਬ ਮੋਸਟਲੀ ਯੂਥ ਕਲਚਰ ਸੀਗਾ, ਯੰਗ ਦਾ ਕਲਚਰ ਸੀ। ਵਿਦ ਇਟਸ ਓਰੀਜਨ ਇਨ ਲੰਡਨ ਇੰਗਲੈਂਡ। ਅਤੇ ਇਹ ਸ਼ੁਰੂ ਕਿੱਥੋਂ ਹੋਇਆ ਸੀ? ਲੰਡਨ ਇੰਗਲੈਂਡ 'ਚੋਂ। ਸੋ ਆਪਣੀ ਹੈਡਿੰਗ ਹੈ ਜਿਹੜੀ ਉਹ ਮੈਚ ਕਰਦੀ ਹੈ ਪੂਰੀ, ਐਂਡ ਐਕਸਪਲੇਨੇਸ਼ਨ ਵੀ ਕਲੀਅਰ ਹੋ ਜਾਂਦੀ ਹੈ। 15th ਦੇਖੋ, ਮੋਡਸ ਟੈਂਡਡ ਟੂ ਹੈਵ ਮੋਰ ਮਨੀ ਟੂ ਸਪੇਅਰ ਬਿਕੋਜ਼ ਦੇ ਔਫਨ। ਮੋਡਸ ਹੈ ਜਿਹੜੇ ਉਹਨਾਂ ਕੋਲ ਜ਼ਿਆਦਾ ਮਨੀ ਹੁੰਦੀ ਸੀ ਕਿਉਂਕਿ ਉਹ ਕੀ ਕਰਦੇ ਹੁੰਦੇ ਸੀ? ਆਨਸਰ ਹੈ ਐਫ, ਡਿਡੰਟ ਨੀਡ ਟੂ ਹੈਲਪ ਦੇਅਰ ਪੇਰੈਂਟਸ ਫਾਈਨੈਂਸ਼ੀਅਲੀ। ਕਿ ਮੋਡ ਹੈ ਜਿਹੜੇ ਉਹਨਾਂ ਕੋਲ ਜ਼ਿਆਦਾ ਮਨੀ ਕਿਉਂ ਹੁੰਦੀ ਸੀ? ਕਿਉਂਕਿ ਉਹਨਾਂ ਨੂੰ ਆਪਦੇ ਪੇਰੈਂਟਸ ਨੂੰ ਹੈਲਪ ਨਹੀਂ ਕਰਨੀ ਪੈਂਦੀ ਸੀ ਫਾਈਨੈਂਸ਼ੀਅਲੀ। ਓਕੇ, ਸੈਕਿੰਡ ਪੈਰਾਗ੍ਰਾਫ ਵਿੱਚ ਦੇਖੋ, ਸੈਕਿੰਡ ਪੈਰਾਗ੍ਰਾਫ ਦੀ 3rd ਲਾਈਨ, ਦਿਸ ਪ੍ਰੋਸਪੈਰਿਟੀ ਅਲਾਉਡ ਦ ਯੂਥ ਆਫ ਦ ਏਰਾ ਟੂ ਹੈਵ ਮੋਰ ਡਿਸਪੋਜ਼ੇਬਲ ਇਨਕਮ ਕੰਬਾਈਨਡ ਵਿਦ ਦ ਫੈਕਟ। ਕਹਿੰਦੇ ਕਿ ਜੋ ਜ਼ਿਆਦਾ ਰਿਚ ਹੁੰਦੇ ਸੀ ਨਾ ਮੋਡ ਸਬ ਕਲਚਰ ਦੇ ਯੰਗਸਟਰਸ, ਉਹਨਾਂ ਕੋਲ ਜ਼ਿਆਦਾ ਇਨਕਮ ਹੁੰਦੀ ਸੀਗੀ। ਅਤੇ ਇਹਦਾ ਫੈਕਟ ਕੀ ਸੀ? ਕਿ ਦੇ ਔਫਨ ਡਿਡੰਟ ਹੈਵ ਟੂ ਕੰਟਰੀਬਿਊਟ ਟੂ ਹਾਊਸ ਹੋਲਡ ਇਨਕਮ। ਇਹਦਾ ਫੈਕਟ ਇਹ ਸੀ, ਇਹਦੇ ਪਿੱਛੇ ਤੁੱਕ ਇਹ ਬਣਦਾ ਸੀ ਕਿ ਉਹਨਾਂ ਨੂੰ ਘਰ ਦੇ ਵਿੱਚ ਇਨਕਮ ਕੰਟਰੀਬਿਊਟ ਨਹੀਂ ਕਰਨੀ ਪੈਂਦੀ ਸੀ, ਜਿਵੇਂ ਕਿ ਪਹਿਲਾਂ ਵਾਲੀ ਜਨਰੇਸ਼ਨ ਨੂੰ ਕਰਨੀ ਪੈਂਦੀ ਸੀ। ਮਤਲਬ ਹੁਣ ਜੇ ਆਪਾਂ ਘਰੇ ਇਨਕਮ ਦੇ ਰਹੇ ਹਾਂ ਤਾਂ ਆਪਾਂ ਕੀ ਕਰ ਰਹੇ ਹਾਂ? ਆਪਦੇ ਪੇਰੈਂਟਸ ਨੂੰ ਫਾਈਨੈਂਸ਼ੀਅਲੀ ਹੈਲਪ ਕਰ ਰਹੇ ਹਾਂ। ਪਰ ਜਦੋਂ ਕਿਸੇ ਨੂੰ ਘਰੇ ਹੈਲਪ ਨਹੀਂ ਕਰਨੀ ਪਊਗੀ ਤਾਂ ਇਹਦਾ ਮਤਲਬ ਹੈ ਕਿ ਉਹਨੂੰ ਘਰ ਦੇ ਆਪਦੇ ਪੇਰੈਂਟਸ ਨੂੰ ਹੈਲਪ ਨਹੀਂ ਕਰਨੀ ਪਊਗੀ। ਘਰੇ ਇਨਕਮ ਦੇਣਾ ਮਤਲਬ ਪੇਰੈਂਟਸ ਨੂੰ ਹੈਲਪ ਕਰਨਾ। ਓਕੇ, ਸੋ ਉਧਰ ਪੈਰਾਫਰੇਜ਼ ਕਰਕੇ ਦਿੱਤਾ ਹੋਇਆ ਪੈਸੇਜ 'ਚ, ਪਰ ਆਪਣੀ ਹੈਡਿੰਗ ਮੈਚ ਕਰਦੀ ਹੈ 15th ਦੀ ਐਫ ਨਾਲ। ਓਕੇ ਸਟੂਡੈਂਟਸ, ਨੈਕਸਟ ਕੁਐਸਚਨ 16, women in the mod subculture. Answer A, were able to gain a greater sense of independence. ਕੁਐਸਚਨ ਦੀ ਸੈਂਸ ਬਣਦੀ ਹੈ ਕਿ ਜੋ ਮੋਡ ਸਬ ਕਲਚਰ ਦੀ ਵਿਮਨ ਸੀ ਉਹ ਕਿਵੇਂ ਦੀ ਸੀ, ਉਹਨਾਂ ਨੂੰ ਕੀ ਬੈਨੀਫਿਟ ਹੋਇਆ ਸੀ ਮੋਡ ਸਬ ਕਲਚਰ ਤੋਂ। ਤਾਂ ਆਨਸਰ ਹੈਗਾ ਏ, ਕਿ ਉਹਨਾਂ ਨੂੰ ਇੰਡੀਪੈਂਡੈਂਸ ਮਿਲੀ ਸੀ, ਬਹੁਤ ਜ਼ਿਆਦਾ ਇੰਡੀਪੈਂਡੈਂਸ ਮਿਲ ਗਈ ਸੀ ਸਬ ਕਲਚਰ 'ਚ। ਸੋ ਇਹਦੀ ਲੋਕੇਸ਼ਨ ਹੈ ਲਾਸਟ ਪੈਰਾਗ੍ਰਾਫ ਦੀ ਫਸਟ ਪੇਜ 'ਤੇ। ਜੋ ਲਾਸਟ ਪੈਰਾਗ੍ਰਾਫ ਹੈ ਉਹਦੀ ਲਾਸਟ 2nd ਲਾਈਨ, ਕਿ ਵਿਮਨ ਬਿਕੇਮ ਮਚ ਮੋਰ ਇੰਡੀਪੈਂਡੈਂਟ ਐਂਡ ਵਿਜ਼ੀਬਲ ਡਿਊ ਟੂ ਦ ਐਬਿਲਿਟੀ ਟੂ ਅਰਨ ਦੇਅਰ ਓਨ ਇਨਕਮ। ਕਿ ਮੋਡ ਸਬ ਕਲਚਰ ਦੇ ਦੌਰਾਨ ਵਿਮਨ ਹੈ ਜਿਹੜੀਆਂ ਬਹੁਤ ਜ਼ਿਆਦਾ ਇੰਡੀਪੈਂਡੈਂਟ ਹੋ ਗਈਆਂ ਸੀ, ਅਤੇ ਉਹ ਕਿਉਂਕਿ ਉਹ ਆਪ ਇਨਕਮ ਅਰਨ ਕਰ ਸਕਦੇ ਸੀ, ਸੋ ਉਹਨਾਂ ਨੂੰ ਇੰਡੀਪੈਂਡੈਂਸ ਮਿਲੀ ਸੀ। ਨੈਕਸਟ ਕੁਐਸਚਨ 17, ਮੋਡਸ ਚੋਜ਼ ਟੂ ਰਾਈਡ ਸਕੂਟਰਸ ਬਿਕੋਜ਼ ਦੇ। ਮੋਡਸ ਹੈ ਜਿਹੜੇ ਉਹ ਸਕੂਟਰ ਹੀ ਕਿਉਂ ਚੂਜ਼ ਕਰਦੇ ਸੀ ਚਲਾਉਣ ਲਈ? ਕਿਉਂਕਿ ਆਨਸਰ ਹੈ ਏ, ਵਰ ਰਿਲੇਟਿਵਲੀ ਚੀਪ ਵੇ ਟੂ ਗੈਟ ਅਰਾਊਂਡ। ਕਿਉਂਕਿ ਸਕੂਟਰ ਹੈ ਜੋ ਉਹ ਇੱਕ ਚੀਪ ਵੇ ਸੀ ਟਰਾਂਸਪੋਰਟ ਦਾ ਕਿਤੇ ਵੀ ਜਾਣ ਲਈ। ਲੋਕੇਸ਼ਨ ਹੈ ਇਹਦੀ ਨੈਕਸਟ ਪੇਜ 'ਤੇ 3rd ਪੈਰਾਗ੍ਰਾਫ ਵਿੱਚ 2nd ਲਾਈਨ, even though people who adopted the mode lifestyle were working, they were often working in low paid jobs. ਕਹਿੰਦੇ ਚਾਹੇ ਮੋਡ ਲਾਈਫਸਟਾਈਲ ਦੇ ਦੌਰਾਨ ਲੋਕਾਂ ਨੂੰ ਕੀ ਸੀ? ਵਰਕ ਕਰਦੇ ਸੀ, ਵਰਕਿੰਗ ਸੀਗੇ, ਪਰ ਫਿਰ ਵੀ ਉਹਨਾਂ ਨੂੰ ਲੋ ਪੇਡ ਜੋਬਸ ਹੀ ਮਿਲਦੀਆਂ ਸੀ। ਸੋ ਦ ਸਕੂਟਰ ਵਾਜ਼ ਅ ਸਿੰਪਲ ਐਂਡ ਕੋਸਟ ਇਫੈਕਟਿਵ ਮੈਥਡ ਆਫ ਟਰਾਂਸਪੋਰਟ। ਇਸੇ ਲਈ ਸਕੂਟਰ ਹੀ ਇੱਕ ਸਿੰਪਲ ਅਤੇ ਕੋਸਟ ਇਫੈਕਟਿਵ ਮਤਲਬ ਚੀਪ ਵੇ ਸੀ ਟਰਾਂਸਪੋਰਟ ਦਾ, ਇਸ ਕਰਕੇ ਉਹ ਸਕੂਟਰ ਯੂਜ਼ ਕਰਦੇ ਸੀ। ਨੈਕਸਟ 18 to 21 ਕੁਐਸਚਨਸ ਹੈ, ਉਹ ਜੋ ਆਪਾਂ ਇੱਕ ਪਰਸਨ ਨੂੰ ਹਰ ਹੈਡਿੰਗ ਨਾਲ ਮੈਚ ਕਰਨਾ ਹੈ। ਸੋ 18th ਕੁਐਸਚਨ, ਦ ਮੋਡਸ ਐਟੀਟਿਊਡ ਟੂਵਰਡ ਟ੍ਰੈਡੀਸ਼ਨਲ ਨੋਸ਼ਨ ਆਫ ਮੈਸਕੂਲਿਨਿਟੀ।
18th ਕੁਐਸਚਨ ਵਿੱਚ ਕਿਹਾ ਗਿਆ ਹੈ ਕਿ ਜੋ ਪਹਿਲਾ ਨੋਸ਼ਨ ਸੀ ਮੈਸਕੁਲੈਨਿਟੀ ਦਾ, ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਮੇਲ ਜੋ ਨੇ ਇੱਕ ਸੋਸਾਇਟੀ ਦੇ ਉਹ ਇਹ ਕੰਮ ਕਰਨਗੇ, ਤਾਂ ਹੁਣ ਉਹਦੇ ਤਰਫ ਮੋਰਸ ਦਾ ਕੀ ਐਟੀਟਿਊਡ ਸੀ, ਉਹ ਇਸ ਚੀਜ਼ ਨੂੰ ਕਿਵੇਂ ਦੇਖਦੇ ਸੀ, ਉਹ ਕਿਹਨੇ ਗੱਲ ਕਹੀ ਸੀ, ਆਪਾਂ ਉਸ ਪਰਸਨ ਦਾ ਅੱਗੇ ਨੇਮ ਲਿਖਣਾ ਹੈ। ਆਨਸਰ ਹੈ ਸੀ, ਸ਼ੈਰੀ ਬੈਨਸਟੋਕ ਐਂਡ ਸੁਜੇਨ ਫੈਰਿਸ। ਥਰਡ ਪੈਰਾਗ੍ਰਾਫ ਦੀ ਸੈਕਿੰਡ ਲਾਈਨ ਬਿਲਕੁਲ ਲਾਸਟ ਤੋਂ, experts such as Sherry Benstock and Suzanne Ferris claim that male modes were obsessed with fashion and even worshipped leisure and money। ਕਿ ਇਹ ਦੋ ਐਕਸਪਰਟ ਸੀ, ਇਹਨਾਂ ਨੇ ਕਿਹਾ ਕਿ ਮੋਡਸ ਹੈ ਜਿਹੜੇ ਸਬ ਕਲਚਰ ਦੇ ਦੌਰਾਨ ਉਹ ਫੈਸ਼ਨ ਦੀ ਤਰਫ ਜ਼ਿਆਦਾ ਚਲੇ ਗਏ ਸੀ ਅਤੇ ਲੈਸ਼ਰ ਅਤੇ ਮਨੀ ਨੂੰ ਹੀ ਵਰਸ਼ਿਪ ਕਰਦੇ ਸੀ, ਜਿਵੇਂ ਲੈਸ਼ਰ ਅਤੇ ਮਨੀ ਦੀ ਹੀ ਪੂਜਾ ਕਰਦੇ ਸੀ। They say that this obsession with fashion was seen as a move away from the more masculine concern of labor and hard work। ਅਤੇ ਇਹ ਦੋਨੋਂ ਐਕਸਪਰਟਸ ਕਹਿੰਦੇ ਸੀ ਕਿ ਇਸ ਕਰਕੇ ਜੋ ਇਹ ਓਬਸੈਸ਼ਨ ਸੀ ਫੈਸ਼ਨ ਦਾ, ਉਹਦੇ ਕਰਕੇ ਮੇਲਸ ਹੈ ਜਿਹੜੇ ਉਹ ਆਪਦੀ ਜੋ ਇੱਕ ਨੋਸ਼ਨ ਹੁੰਦਾ ਸੀ ਕਿ ਮੇਲ ਇਹ ਕੰਮ ਕਰਨਗੇ ਲੇਬਰ ਅਤੇ ਹਾਰਡ ਵਰਕ ਦਾ, ਉਹ ਤੋਂ ਦੂਰ ਚਲੇ ਗਏ ਸੀ। 19th ਕੁਐਸਚਨ, ਦ ਰਿਜ਼ਲਟਸ ਆਫ ਦ ਕਨਫਲਿਕਟ ਬਿਟਵੀਨ ਟੂ ਸਬ ਕਲਚਰਸ। ਦੋ ਸਬ ਕਲਚਰਸ ਦੇ ਵਿੱਚ ਕਨਫਲਿਕਟ ਦਾ ਰਿਜ਼ਲਟ ਆਇਆ ਜੋ, ਉਹਦੇ ਉੱਤੇ ਕਿੰਨਾ ਨੇ ਆਪਣਾ ਵਿਊ ਪੁਆਇੰਟ ਰੱਖਿਆ ਸੀ। ਆਨਸਰ ਹੈ ਈ, ਸਟੈਨਲੇ ਕੋਹਨ। ਲੋਕੇਸ਼ਨ ਹੈ ਲਾਸਟ ਸੈਕਿੰਡ ਪੈਰਾਗ੍ਰਾਫ ਪੈਸੇਜ ਦਾ, ਲਾਸਟ ਸੈਕਿੰਡ ਪੈਰਾਗ੍ਰਾਫ ਐਂਡ ਲਾਸਟ ਥਰਡ ਲਾਈਨ। ਦਿਸ ਲੈਡ ਟੂ ਦ ਐਕਲੇਮਡ ਸੋਸ਼ਲਿਸਟ Stanley Cohen branding the situation a moral panic, the term he used to describe the exaggerated reaction of the media to the clashes between the two group of youth। ਕਿ ਦੋ ਯੂਥ ਦੇ ਗਰੁੱਪ ਵਿੱਚ ਕਲੈਸ਼ ਹੋਏ, ਉਹਦੇ ਉੱਪਰ ਮੀਡੀਆ ਨੇ ਜ਼ਿਆਦਾ ਹੀ ਵਧਾ ਚੜ੍ਹਾ ਕੇ ਰਿਐਕਸ਼ਨ ਦਿੱਤਾ। ਇਹਦੇ ਬਾਰੇ ਇੱਕ ਸੋਸ਼ਲਿਸਟ ਸਟੈਨਲੇ ਕੋਹਨ ਨੇ ਕਿਹਾ ਸੀ ਕਿ ਇੱਕ ਮੋਰਲ ਪੈਨਿਕ ਦੀ ਸਿਚੁਏਸ਼ਨ ਬਣ ਗਈ ਸੀ। ਕੁਐਸਚਨ ਸੀਗਾ ਕਿ ਦੋ ਸਬ ਕਲਚਰ ਵਿੱਚ ਕਨਫਲਿਕਟ ਹੋਇਆ ਅਤੇ ਉਹਦਾ ਰਿਜ਼ਲਟ ਕੀ ਨਿਕਲਿਆ। ਆਪਾਂ ਨੂੰ ਪੈਸੇਜ 'ਚ ਪਤਾ ਲੱਗਦਾ ਹੈ ਕਿ ਇਹਦਾ ਰਿਜ਼ਲਟ ਨਿਕਲਿਆ ਸੀ ਮੋਰਲ ਪੈਨਿਕ, ਅਤੇ ਇਹ ਕਿਹਨਾਂ ਨੇ ਗੱਲ ਕਹੀ ਗਈ ਸੀ, ਸਟੈਨਲੇ ਕੋਹਨ ਨੇ। ਨੈਕਸਟ ਕੁਐਸਚਨ, ਡਿਫੀਕਲਟੀਜ਼ ਵਿਦ ਦ ਪ੍ਰੀਸਾਈਜ਼ ਡੈਫੀਨੇਸ਼ਨ ਆਫ ਮੋਡ। ਕਿ ਮੋਡ ਨੂੰ ਐਕਿਊਰੇਟਲੀ ਕੋਈ ਡਿਫਾਈਨ ਨਹੀਂ ਕਰ ਸਕਿਆ ਸੀ, ਕੀ ਡਿਫੀਕਲਟੀਜ਼ ਆਈਆਂ ਸੀ। ਆਨਸਰ ਹੈ ਡੀ, ਪੌਲ ਜੋਬਲਿੰਗ ਐਂਡ ਡੇਵਿਡ ਕ੍ਰੋਲੇ। ਲੋਕੇਸ਼ਨ ਹੈ ਫਸਟ ਪੈਰਾਗ੍ਰਾਫ, last third line। Although researchers such as Paul Jobling and David Crowley have stated that the culture is difficult to define because it kept changing as a result of constant reinvention। ਫਿਰ ਦੋ ਆਪਾਂ ਨੂੰ ਰਿਸਰਚਰਸ ਨੇ ਦੱਸਿਆ ਸੀ ਕਿ ਕਲਚਰ ਨੂੰ ਡਿਫਾਈਨ ਕਰਨਾ ਬਹੁਤ ਡਿਫਿਕਲਟ ਹੈ, ਕਿਉਂਕਿ ਬਾਰ-ਬਾਰ ਇਨਵੈਂਸ਼ਨਸ ਹੁੰਦੀਆਂ ਰਹਿੰਦੀਆਂ ਨੇ, ਜਿਹਦਾ ਕਰਕੇ ਚੇਂਜ ਹੁੰਦਾ ਜਾਂਦਾ ਹੈ ਕਲਚਰ। ਅਤੇ ਜੇ ਕਲਚਰ ਕੰਸਿਸਟੈਂਟ ਨਹੀਂ ਰਹੂਗਾ, ਕੌਨਸਟੈਂਟ ਨਹੀਂ ਹੋਊਗਾ, ਤਾਂ ਉਹਨੂੰ ਡਿਫਾਈਨ ਕਰਨਾ ਬਹੁਤ ਔਖਾ ਹੈ। ਨੈਕਸਟ ਕੁਐਸਚਨ 21, ਦ ਐਕਸਪਲੋਇਟੇਸ਼ਨ ਆਫ ਮੋਡ ਕਲਚਰ ਬਾਏ ਬਿਜ਼ਨਸ। ਕਿ ਬਿਜ਼ਨਸ ਦੇ ਦੁਆਰਾ ਮੋਡ ਕਲਚਰ ਦੀ ਐਕਸਪਲੋਇਟੇਸ਼ਨ ਹੋਈ ਸੀਗੀ। ਆਨਸਰ ਹੈ ਏ, ਡਿਕ ਹੈਬਡਿਜ ਨੇ ਇਹ ਗੱਲ ਕਹੀ ਸੀ। ਲਾਸਟ ਪੈਰਾਗ੍ਰਾਫ ਬਿਗਨਿੰਗ ਤੋਂ ਹੀ ਪਤਾ ਚੱਲ ਰਿਹਾ ਹੈ, ਡਿਕ ਹੈਬਡਿਜ has remarked that the reason for this was that the mode, lifestyle and clothing were becoming too commercial। ਦੇਖੋ ਇਹਨਾਂ ਨੇ ਕਿਹਾ ਸੀ ਕਿ 1960 'ਚ ਮੋਡ ਸਬ ਕਲਚਰ ਹੈ ਜਿਹੜਾ ਉਹ ਵੇਨ ਹੋਣ ਲੱਗ ਸੀ, ਬਿਲਕੁਲ ਖ਼ਤਮ, ਡਿਟੀਰੀਓਰੇਟ ਹੋਣ ਲੱਗ ਗਿਆ ਸੀ। ਤਾਂ ਫਿਰ ਡਿਕ ਹੈਬਡਿਜ ਨੇ ਕਿਹਾ ਸੀ ਕਿ ਇਹਦਾ ਕਾਰਨ ਕੀ ਹੈ, ਕਿ ਮੋਡ, ਲਾਈਫਸਟਾਈਲ ਅਤੇ ਕਲੋਥਿੰਗ ਹੈ ਜਿਹੜੀ ਉਹ ਹੁਣ ਕਮਰਸ਼ੀਅਲੀ ਯੂਜ਼ ਕੀਤੀ ਜਾਣ ਲੱਗੀ ਹੈ, ਉਹ ਇੱਕ ਬਿਜ਼ਨਸ ਦੇ ਤੌਰ 'ਚ ਯੂਜ਼ ਕੀਤੀ ਜਾਣ ਲੱਗ ਗਈ ਹੈ। ਇਸ ਕਰਕੇ ਕਲਚਰ ਨੂੰ ਥ੍ਰੈਟ ਸੀ, ਖਤਰਾ ਸੀ। ਕੁਐਸਚਨ 22, ਪੀਪਲ ਇਨ ਦ ਮੋਡ ਸਬ ਕਲਚਰ ਵਾਂਟਿਡ ਟੂ ਫੋਲੋ ਟ੍ਰੈਡੀਸ਼ਨਲ ਰੂਲਸ ਐਂਡ ਨੋਰਮਸ। ਜਿਹੜੇ ਮੋਡ ਸਬ ਕਲਚਰ ਦੇ ਪੀਪਲ ਸੀ ਉਹ ਟ੍ਰੈਡੀਸ਼ਨਲ ਰੂਲਸ ਐਂਡ ਨੋਰਮਸ ਫੋਲੋ ਕਰਨਾ ਚਾਹੁੰਦੇ ਸੀ। ਆਨਸਰ ਹੈ ਫਾਲਸ। ਸੈਕਿੰਡ ਪੈਰਾਗ੍ਰਾਫ, 6th ਲਾਈਨ, an avoidance of the strict social norms and rules that had been imposed before। ਜਿਹੜੇ ਰੂਲਸ ਐਂਡ ਨੋਰਮਸ ਪਹਿਲਾਂ ਇੰਪੋਜ਼ ਕੀਤੇ ਗਏ ਸੀ, ਉਹਨਾਂ ਦੀ ਕੀ ਕੀਤਾ ਗਿਆ, ਅਵੋਇਡ ਕੀਤਾ ਗਿਆ, ਉਹਨਾਂ ਨੂੰ ਅਵੋਇਡੈਂਸ ਕੀਤੀ ਗਈ ਉਹਨਾਂ ਦੀ।
ਇਹਦਾ ਮਤਲਬ ਕਿ ਜੋ ਮੋਰ ਸਬ ਕਲਚਰ ਦੇ ਲੋਕ ਸੀ ਉਹ ਰੂਲਸ ਐਂਡ ਨੋਰਮਸ ਫੋਲੋ ਨਹੀਂ ਕਰਨਾ ਚਾਹੁੰਦੇ ਸੀ, ਉਹ ਤਾਂ ਅਵੋਇਡ ਕਰ ਦਿੰਦੇ ਸੀ। ਇਸ ਕਰਕੇ ਆਪਣਾ ਆਨਸਰ ਫਾਲਸ ਹੈ, ਕਿਉਂਕਿ ਪੈਸੇਜ ਵਿੱਚ ਜੋ ਸੈਂਸ ਬਣ ਰਹੀ ਹੈ ਉਹ ਕੁਐਸਚਨ ਨਾਲ ਕੰਪਲੀਟਲੀ ਕੰਟਰਾਡਿਕਟ ਕਰਦੀ ਹੈ। ਕੁਐਸਚਨ 'ਚ ਕਿਹਾ ਗਿਆ ਹੈ ਕਿ ਉਹ ਨੋਰਮਸ ਫੋਲੋ ਕਰਨਾ ਚਾਹੁੰਦੇ ਸੀ, ਪਰ ਪੈਸੇਜ ਵਿੱਚ ਕਿਹਾ ਗਿਆ ਹੈ ਕਿ ਉਹ ਤਾਂ ਅਵੋਇਡ ਕਰਦੇ ਸੀ। ਨੈਕਸਟ ਕੁਐਸਚਨ ਹੈ 23, ਪਰਸਨਲ ਗਰੂਮਿੰਗ ਵਾਜ਼ ਐਨ ਇੰਪੋਰਟੈਂਟ ਪਾਰਟ ਆਫ ਮੋਡ ਕਲਚਰ। ਆਨਸਰ ਹੈ ਟਰੂ। ਦੇਖੋ ਕੁਐਸਚਨ ਦੀ ਸੈਂਸ ਬਣਦੀ ਹੈ ਕਿ ਪਰਸਨਲ ਗਰੂਮਿੰਗ ਖੁਦ ਦੀ ਫਿਜ਼ੀਕਲ ਅਪੀਅਰੈਂਸ 'ਤੇ ਜ਼ਿਆਦਾ ਫੋਕਸ ਕਰਨਾ, ਆਪਦੀ ਦੇਖ ਰੇਖ ਕਰਨਾ, ਸਜਾਵਟ ਕਰਨਾ, ਉਹ ਜ਼ਿਆਦਾ ਇੰਪੋਰਟੈਂਟ ਬਣ ਗਿਆ ਸੀ ਮੋਡ ਕਲਚਰ ਵਿੱਚ। ਥਰਡ ਪੈਰਾਗ੍ਰਾਫ ਦੇਖੋ, ਦ ਇੰਡੀਪੈਂਡੈਂਸ ਦੈਟ ਕਮਸ ਵਿਦ ਅਰਨਿੰਗ ਮਨੀ enabled young male modes to spend the bulk of their income on clothes, travel and leisure। ਕਿ ਜ਼ਿਆਦਾ ਇਨਕਮ ਮਿਲਦੀ ਸੀ ਜੋ ਮੇਲਸ ਨੂੰ ਨਾ, ਉਹ ਫਿਰ ਕੀ ਕਰਦੇ ਸੀ, ਆਪਦੀ ਇਨਕਮ ਨੂੰ ਸਪੈਂਡ ਕਰਦੇ ਸੀ ਫੈਸ਼ਨ ਥਿੰਗਸ 'ਤੇ, ਕਲੋਥਸ 'ਤੇ ਸਪੈਂਡ ਕਰ ਦਿੰਦੇ, ਟਰੈਵਲ 'ਤੇ, ਲੈਸ਼ਰ 'ਤੇ। ਉਹ ਤੋਂ ਬਾਅਦ ਆਪਾਂ ਨੂੰ ਫੋਰਥ ਲਾਈਨ ਵਿੱਚ ਵੀ ਇਹ ਚੀਜ਼ ਪਤਾ ਲੱਗਦੀ ਹੈ ਕਿ ਦੇ ਸੇ ਦੈਟ ਦਿਸ ਓਬਸੈਸ਼ਨ ਵਿਦ ਫੈਸ਼ਨ ਵਾਜ਼ ਸੀਨ ਐਜ਼ ਅ ਮੂਵ ਅਵੇ ਫਰੋਮ ਦ ਮੋਰ ਮੈਸਕੂਲਾਈਨ ਕੰਸਰਨ ਆਫ ਲੇਬਰ ਐਂਡ ਹਾਰਡ ਵਰਕ। ਫਿਰ ਜਿਹੜਾ ਇਹ ਓਬਸੈਸ਼ਨ ਸੀ ਫੈਸ਼ਨ ਨਾਲ, ਮਤਲਬ ਉਹ ਬਹੁਤ ਜ਼ਿਆਦਾ ਓਬਸੈਸਡ ਹੋ ਗਏ ਸੀ। ਕਿਸੇ ਵੀ ਚੀਜ਼ ਨਾਲ ਓਬਸੈਸ ਹੋਣ ਦਾ ਮਤਲਬ ਹੁੰਦਾ ਹੈ ਕਿ ਆਪਾਂ ਆਪਣਾ ਸਾਰਾ ਫੋਕਸ ਸਿਰਫ ਇੱਕ ਚੀਜ਼ 'ਤੇ ਲਾ ਦਿੰਦੇ। ਓਬਸੈਸ ਹੋਣਾ ਹੁੰਦਾ ਇੱਕ ਚੀਜ਼ ਨਾਲ ਪੂਰੀ ਜੀ ਜਾਨ ਨਾਲ ਅਟੈਚ ਹੋ ਜਾਣਾ। ਫਿਰ ਉਹ ਫੈਸ਼ਨ ਨੂੰ ਹੀ ਪ੍ਰਾਇਰਟੀ ਮੰਨਣ ਲੱਗ ਗਏ ਸੀ, ਇਸ ਫੈਸ਼ਨ ਦੀ ਵਰਸ਼ਿਪ ਕਰਦੇ, ਫੈਸ਼ਨ ਮਨੀ ਐਂਡ ਲੈਸ਼ਰ ਨੂੰ ਹੀ ਅੱਗੇ ਰੱਖਦੇ ਸੀ। ਮਤਲਬ ਉਹ ਜ਼ਿਆਦਾ ਆਪਣੇ 'ਤੇ ਧਿਆਨ ਦੇਣ ਲੱਗ ਗਏ ਸੀ ਕਿ ਆਪਣੀ ਦੇਖ ਰੇਖ 'ਤੇ ਆਪਣੀ ਹੀ ਸਜਾਵਟ ਕਰਦੇ ਰਹਿੰਦੇ। ਕੁਐਸਚਨ 'ਚ ਪਰਸਨਲ ਗਰੂਮਿੰਗ ਦਾ ਮਤਲਬ ਹੈ ਕਿ ਖੁਦ ਦੀ ਫਿਜ਼ੀਕਲ ਅਪੀਅਰੈਂਸ 'ਤੇ ਫੋਕਸ ਕਰਨਾ, ਆਪਦੇ ਫੇਸ਼ੀਅਲ ਨੂੰ ਲੈ ਕੇ, ਆਪਣੇ ਹੱਥਾਂ ਪੈਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਜਾਣਾ ਕਿ ਉਹਨਾਂ ਨੂੰ ਹੀ ਸੋਹਣੇ ਸੋਹਣੇ, ਜਿਵੇਂ ਆਪਾਂ ਕਹਿੰਦੇ ਨਾ, ਉਹਨਾਂ ਨੂੰ ਹੀ ਹੋਰ ਇੰਪਰੂਵ ਕਰਨ 'ਤੇ ਲੱਗ ਜਾਣਾ। ਨੈਕਸਟ ਕੁਐਸਚਨ ਹੈ 24, ਸੋਹੋ ਵਾਜ਼ ਦ ਮੇਨ ਪਲੇਸ ਫॉर ਮੋਡਸ ਟੂ ਬਾਈ ਕਲੋਥਿੰਗ ਇਨ ਲੰਡਨ। ਆਨਸਰ ਹੈ ਨੋਟ ਗਿਵਨ। ਕੁਐਸਚਨ ਦੀ ਸੈਂਸ ਬਣਦੀ ਹੈ ਕਿ ਸੋਹੋ ਹੈ ਜਿਹੜਾ ਉਹ ਮੇਨ ਪਲੇਸ ਸੀ ਜਿੱਥੇ ਮੋਡਸ ਕਲੋਥਿੰਗ ਖਰੀਦਦੇ ਸੀ ਲੰਡਨ ਵਿੱਚ। ਨੈਕਸਟ ਪੇਜ ਦੀ ਜੋ ਫਸਟ ਪੈਰਾਗ੍ਰਾਫ ਹੈ ਉਹਦੀ 5th ਲਾਈਨ ਵਿੱਚ ਆਪਾਂ ਨੂੰ ਲੋਕੇਸ਼ਨ ਮਿਲਦੀ ਹੈ। ਸਮ ਏਰੀਆਜ਼ ਬਿਕੇਮ ਐਸੋਸੀਏਟਿਡ ਵਿਦ ਦ ਮੂਵਮੈਂਟ ਐਂਡ ਸ਼ੋਪਸ ਇਨ ਦੀਜ਼ ਪਲੇਸਿਸ ਕੇਟਰਡ ਟੂ ਮੋਡਸ। ਕਹਿੰਦੇ ਕਈ ਏਰੀਆਜ਼ ਹੈ ਜਿਹੜੇ ਇਸ ਮੂਵਮੈਂਟ ਵਿੱਚ ਦੇ ਨਾਲ ਜੁੜੇ ਹੋਏ ਸੀ, ਅਤੇ ਸ਼ੋਪਸ ਹੈ ਜਿਹੜੀਆਂ ਉਹ ਕੀ ਸੀ, ਇਹਨਾਂ ਪਲੇਸਿਸ ਵਿੱਚ ਜੋ ਸ਼ੋਪਸ ਸੀਗੀਆਂ ਉਹ ਮੋਡਸ ਨੂੰ ਕੇਟਰ ਕਰਦੀਆਂ ਸੀ। ਮੋਡਸ ਨੂੰ ਜੋ ਵੀ ਥਿੰਗਸ ਚਾਹੀਦੀਆਂ ਹੁੰਦੀਆਂ ਸੀ ਉਹ ਉੱਥੇ ਮਿਲ ਜਾਂਦੀਆਂ ਸੀ। ਅਤੇ ਇੱਕ ਐਵੇਂ ਦਾ ਹੀ ਸ਼ੋਪ ਸੀ ਜਾਂ ਪਲੇਸ ਕਹਿ ਸਕਦੇ ਆਪਾਂ ਕੀ ਸੀ, ਕਾਰਨਾਬਾਈ ਸਟਰੀਟ ਇਨ ਲੰਡਨ ਸੋਹੋ। ਹੁਣ ਦੇਖੋ ਆਪਾਂ ਨੂੰ ਲੰਡਨ ਸੋਹੋ ਦੀ ਲੋਕੇਸ਼ਨ ਮਿਲ ਰਹੀ ਹੈ, ਪਰ ਇੱਥੇ ਇਹ ਗੱਲ ਨਹੀਂ ਕਹੀ ਗਈ ਕਿ ਉੱਥੋਂ ਹੀ ਜ਼ਿਆਦਾ ਮੋਡ ਹੈ ਜਿਹੜੇ ਮੈਜੋਰਿਟੀ ਵਿੱਚ ਕਲੋਥਿੰਗ ਖਰੀਦਦੇ ਸੀ। ਸਿਰਫ ਇਹ ਕਿਹਾ ਗਿਆ ਹੈ ਕਿ ਉੱਥੇ ਸ਼ੋਪਸ ਹੁੰਦੀਆਂ ਸੀ ਜਿੱਥੋਂ ਮੋਡਸ ਨੂੰ ਆਪਦਾ ਮਟੀਰੀਅਲ ਮਿਲ ਜਾਂਦਾ ਸੀ, ਪਰ ਉਹ ਮੋਸਟਲੀ ਲੋਕ ਉੱਥੋਂ ਖਰੀਦਦੇ ਸੀ ਜਾਂ ਕਿ ਫਿਰ ਕਿ ਸਾਰੀ ਕਲੋਥਿੰਗ ਹੀ ਉੱਥੋਂ ਮਿਲਦੀ ਸੀ, ਇਹਦੀ ਗੱਲ ਨਹੀਂ ਹੋਈ। ਇਸ ਕਰਕੇ ਆਪਾਂ ਆਨਸਰ ਨੋਟ ਗਿਵਨ ਲਾਵਾਂਗੇ ਕਿ ਜੋ ਆਪਾਂ ਨੂੰ ਆਨਸਰ ਚਾਹੀਦਾ ਸੀ ਉਹ ਆਪਾਂ ਨੂੰ ਪੈਸੇ ਵਿੱਚ ਮਿਲ ਹੀ ਨਹੀਂ ਰਿਹਾ। 25th question, the name given to mode subculture derived from an item of clothing। ਕਿ ਜੋ ਮੋਡ ਸਬ ਕਲਚਰ ਨੂੰ ਨਾਮ ਦਿੱਤਾ ਗਿਆ ਸੀ ਨਾ, ਉਹ ਇੱਕ ਕਲੋਥਿੰਗ ਆਈਟਮ ਤੋਂ ਡਿਰਾਈਵ ਕੀਤਾ ਗਿਆ ਸੀ। ਸੋ ਆਨਸਰ ਹੈ ਫਾਲਸ। ਸੈਕਿੰਡ ਪੇਜ 'ਤੇ ਸੈਕਿੰਡ ਪੈਰਾਗ੍ਰਾਫ ਦੀ ਬਿਗਨਿੰਗ 'ਚ ਹੀ ਆਪਾਂ ਨੂੰ ਲੋਕੇਸ਼ਨ ਮਿਲਦੀ ਹੈ। ਅਨਦਰ ਮੇਜਰ ਕਰੈਕਟਰਿਸਟਿਕ ਆਫ ਮੋਡਸ ਵਾਜ਼ ਦੇਅਰ ਚੋਇਸ ਆਫ ਮਿਊਜ਼ਿਕ। ਕਹਿੰਦੇ ਕਿ ਇੱਕ ਕਰੈਕਟਰਿਸਟਿਕ ਸੀ ਜੋ ਮੋਡਸ ਦਾ, ਉਹ ਹੋਰ ਕਰੈਕਟਰਿਸਟਿਕ ਕੀ ਸੀ ਕਿ ਉਹ ਮਿਊਜ਼ਿਕ ਨੂੰ ਚੂਜ਼ ਕਰਦੇ ਸੀ, ਪਸੰਦ ਕਰਦੇ ਸੀ, ਉਹਨਾਂ ਦੀ ਚੋਇਸ ਸੀ ਮਿਊਜ਼ਿਕ। In fact, the term mode come from modernist because the early adoptees listened to modern jazz music। In fact ਕਹਿੰਦੇ ਜੋ ਟਰਮ ਮੋਡ ਹੈ, ਮਤਲਬ ਮੋਡਸ ਨੂੰ ਜੋ ਨਾਮ ਦਿੱਤਾ ਗਿਆ ਸੀ ਨਾ, ਉਹ ਵੀ ਜੈਜ਼ ਮਿਊਜ਼ਿਕ ਤੋਂ ਆਇਆ ਸੀ। ਕੁਐਸਚਨ 'ਚ ਆਪਾਂ ਨੂੰ ਕਿਹਾ ਗਿਆ ਹੈ ਇੱਕ ਕਲੋਥਿੰਗ ਦੀ ਆਈਟਮ ਤੋਂ ਨਾਮ ਬਣਿਆ ਸੀ ਮੋਡ, ਪਰ ਐਕਚੁਅਲ 'ਚ ਪੈਸੇ 'ਚ ਕਿਹਾ ਗਿਆ ਹੈ ਕਿ ਉਹ ਬਣਿਆ ਸੀ ਮਿਊਜ਼ਿਕ ਤੋਂ। ਇਸ ਕਰਕੇ ਆਪਣਾ ਆਨਸਰ ਫਾਲਸ ਹੈ, ਕਿਉਂਕਿ ਕੰਟਰਾਡਿਕਟ ਕਰ ਗਿਆ ਕੁਐਸਚਨ ਪੈਸੇ 'ਚ ਦਿੱਤੀ ਹੋਈ ਇਨਫੋਰਮੇਸ਼ਨ ਨਾਲ। 26th question, the modes and the rockers dressed in distinct styles।
ਕਿ ਜੋ ਮੋਡਸ ਸੀਗੇ ਤੇ ਰੌਕਰ ਸੀ ਉਹ ਦੋਨੋਂ ਅੱਡ ਅੱਡ ਤਰ੍ਹਾਂ ਦੇ ਕੱਪੜੇ ਪਾਉਂਦੇ ਸੀ। ਉਹ ਕੀ ਹੈ ਡਿਫਰੈਂਟ ਸਟਾਈਲ ਨਾਲ ਡਰੈਸ ਹੁੰਦੇ ਸੀ। ਸੋ ਆਨਸਰ ਹੈ ਟਰੂ। ਲਾਸਟ ਸੈਕਿੰਡ ਪੈਰਾਗ੍ਰਾਫ ਵਿੱਚ ਉੱਪਰੋਂ ਸੈਕਿੰਡ ਲਾਈਨ, ਦ ਰੌਕਰਸ ਲਿਸਨ ਟੂ ਡਿਫਰੈਂਟ ਟਾਈਪ ਆਫ ਮਿਊਜ਼ਿਕ ਡਰੈਸਡ ਇਨ ਅ ਮੋਰ ਮੈਸਕੂਲਾਈਨ ਫੈਸ਼ਨ ਐਂਡ ਰੋਡ ਮੋਟਰਸਾਈਕਲਸ ਇੰਸਟੈਡ ਆਫ ਸਕੂਟਰਸ। ਹੁਣ ਦੇਖੋ ਇੱਥੇ ਰੌਕਰਸ ਨੂੰ ਕੰਪੇਅਰ ਕੀਤਾ ਗਿਆ ਹੈ ਮੋਡਸ ਨਾਲ, ਕਿ ਮੋਡਸ ਹੈ ਜਿਹੜੇ ਉਹ ਕਿਸੇ ਅੱਡ ਅੱਡ ਤਰ੍ਹਾਂ ਦਾ ਮਿਊਜ਼ਿਕ ਸੁਣਦੇ ਸੀ, ਜ਼ਿਆਦਾ ਮੈਸਕੂਲਾਈਨ ਫੈਸ਼ਨ ਨਾਲ ਤਿਆਰ ਹੁੰਦੇ ਸੀ ਅਤੇ ਉਹ ਮੋਟਰਸਾਈਕਲਸ ਡਰਾਈਵ ਕਰਦੇ ਸੀ ਸਕੂਟਰਸ ਨਾਲੋਂ। ਮਤਲਬ ਹੁਣ ਇੱਥੇ ਕਲੀਅਰਲੀ ਆਪਾਂ ਨੂੰ ਪਤਾ ਚੱਲ ਰਿਹਾ ਹੈ ਕਿ ਉਹ ਜੋ ਰੌਕਰ ਸੀਗੇ ਉਹ ਮੋਡਸ ਨਾਲੋਂ ਡਿਫਰੈਂਟ ਤਰੀਕੇ ਨਾਲ ਡਰੈਸਅਪ ਹੁੰਦੇ ਸੀ। ਸੋ ਆਪਣਾ ਆਨਸਰ ਟਰੂ ਹੈ। ਓਕੇ ਸਟੂਡੈਂਟਸ, ਅੱਜ ਦੀ ਆਪਣੀ ਰੀਡਿੰਗ ਡਿਸਕਸ਼ਨ ਕੰਪਲੀਟ ਹੁੰਦੀ ਹੈ ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਅੱਗੇ ਆਪਾਂ ਕਿਹੜੇ ਪੈਸੇਜ ਦੀ ਵੀਡੀਓ ਬਣਾਈਏ। ਥੈਂਕ ਯੂ।